चिकनियां चोपड़ियां गल्लां आउण डईयां अज ते घर ते मैनूं तुसीं कूण नहीं दिंदियां नाले मेरा मन एडा भी नहीं हैगा जिहड़ा तुहाडीआं गल्लां 'च झट ही आ जाऊगा पता मैनूं तुहाडीआं सारियां चलाकियां ते हुशियारियां दा नाले दूजी गल जिहड़ी तुसीं बोझ वाली करन डए जे ना मेरा प्यो हैगा इन्ने जोगा कि मेरा बोझ वो झल सके हाँ जिहड़ा पैंतरा तुसीं मेरे नाल खेडण लगियां जे ना मैं सब जाणदी आ ਉਹਦੇ ਨਾਲ ਮੇਰੀ ਗੱਲ ਵਾ ਤੁਹਾਡੇ ਨਾਲ ਮੇਰੀ ਕੋਈ ਗੱਲ ਨਹੀਂ ਹੈਗੀ ਅੱਗੇ ਤੇ ਅਸੀਂ ਉਹਨੂੰ ਕਹਿੰਦੇ ਸੀ ਨਾ ਵੀ ਜਾ ਉਹਨੂੰ ਲੈ ਕੇ ਆ ਨਾ ਹੀ ਉਹਨੂੰ ਕਹਿਣਾ ਉਹਨੂੰ ਲੈ ਕੇ ਆ ਤੇ ਜੇ ਤੂੰ ਚਾਹੁੰਦੀ ਆ ਵੀ ਉਹ ਇੱਥੇ ਆ ਕੇ ਮਾਫੀਆਂ ਮੰਗੇ ਤੇਰੇ ਪਿਓ ਕੋ ਤੇ ਤੇਰੇ ਕੋ ਨਾ ਨੇ ਮੰਗਣੀਆਂ ਹੀ ਮਾਫੀਆਂ ਜੀ ਕਰੇਗਾ ਆ ਜੀ ਨਾ ਜੀ ਕਰੇਗਾ ਤੇ ਬੇਸ਼ੱਕ ਦੀ ਨਾ ਆਈ ਉਹਨੇ ਨਹੀਂ ਆਉਣਾ ਤੈਨੂੰ ਲੈਣ ਵੇ ਕਵਲ ਪੁੱਤ ਕੋਲ ਕਿੱਥੇ ਚੱਲੇ ਆਇਆ ਸੰਦੀਪ ਘਰ ਚੱਲਿਆ ਤੇ ਮੈਨੂੰ ਵੀ ਪੁੱਤ ਨਾਲ ਲੈ ਜਾ ਨਹੀਂ ਮੰਮੀ ਕਿਸੇ ਨੇ ਮੇਰੇ ਨਾਲ ਨਹੀਂ ਜਾਣਾ ਨਹੀਂ ਮੈਂ ਪੁੱਤ ਜਾਣਾ ਆ ਮੰਮੀ ਨੂੰ ਨਾਲ ਲੈ ਜਾਓ ਚੰਗੇ ਰਹੋਗੇ ਭਾਬੀ ਇੰਨਾ ਕੁ ਉਹਨਾਂ ਨੇ ਤੁਹਾਡੇ ਨਾਲ ਕੀਤਾ ਅਜੇ ਵੀ ਤੁਸੀਂ ਉੱਥੇ ਜਾਓਗੇ ਚੰਗੀਆਂ ਲੱਗਦੀਆਂ ਜੀ ਨਹੀਂ ਮੰਮੀ ਤੁਸੀਂ ਨਾਲ ਜਾਓ ਨਹੀਂ ਕਿਸੇ ਨੇ ਨਹੀਂ ਮੇਰੇ ਨਾਲ ਜਾਣਾ ਮੈਂ ਉੱਥੇ ਇਕੱਲਾ ਜਾਊਂਗਾ ਤੇ ਕੋਈ ਮੈਂ ਉੱਥੇ ਵਾਧਾ ਘਾਟਾ ਨਹੀਂ ਕਰਕੇ ਆਉਂਦਾ ਮੈਂ ਸਿਰਫ ਉਹਨਾਂ ਦੇ ਨਾਲ ਗੱਲ ਕਰਕੇ ਆਉਣੀ ਆ ਤੇ ਮੇਰੇ ਨਾਲ ਕਿਸੇ ਨੇ ਨਹੀਂ ਜਾਣਾ ਮੈਂ ਜਾਊਂਗਾ ਤੇ ਸਿਰਫ ਮੈਂ ਜਾਊਂਗਾ ਕਵਲ ਮੰਮੀ ਨਹੀਂ ਕੋਈ ਭਾਬੀ ਗੱਲ ਨੇ ਕਰਦੇ ਕਹਿ ਤਾ। ਸਿਆਣਾ ਬੰਦਾ ਚੰਗਾ ਹੁੰਦਾ ਨਾਲ ਕੋਈ ਨਹੀਂ ਪੁੱਤ ਮੈਂ ਨਹੀਂ ਕੋਈ ਉੱਥੇ ਚੰਗੀ ਮਾੜੀ ਕਰਦੀ ਮੈਨੂੰ ਲੈ ਜਾ ਤੂੰ ਤੇ ਮੈਂ ਵੀ ਨਹੀਂ ਕਰਦਾ ਪਰ ਮੈਂ ਕਹਿ ਤਾ ਨਾ ਕਿ ਮੈਂ ਨਹੀਂ ਖੜਨਾ ਕਿਸੇ ਨੂੰ ਨਾਲ ਤੇ ਨਹੀਂ ਖੜਨਾ ਤੇ ਚੁੱਪ ਕਰਕੇ ਬੈਠਿਆ ਰਹੋ ਅੱਗੇ ਤੁਸੀਂ ਬੜੀਆਂ ਚਲਾਕੀਆਂ ਕਰਦੀਆਂ ਹੁਣ ਕਿਸੇ ਨੇ ਇਹੋ ਜਿਹੀ ਚਲਾਕੀ ਕੀਤੀ ਨਾ ਮੈਂ ਵੇਖ ਲਿਓ ਸਹੀ ਆਹ ਨਾ ਜਾ ਫਿਰ ਤੂੰ ਵੀ ਬੜੇ ਗੁੱਸੇ ਦੀ ਆ ਮੰਮੀ ਪ੍ਰੀਤ ਚੱਲ ਤੇ ਕੱਲਾ ਗਿਆ ਆ ਪਰ ਮੈਨੂੰ ਬੜੀ ਫਿਕਰ ਈ ਓ ਵੀ ਉੱਥੇ ਕਿਤੇ ਕੋਈ ਗੱਲਬਾਤ ਨਾ ਹੋ ਜੇ ਫਿਕਰ ਦੀ ਗੱਲ ਤਾਂ ਹੈ ਮੰਮੀ ਉਹਦੇ ਡੈਡੀ ਦਾ ਸੁਭਾਅ ਵੀ ਗਰਮ ਆ ਤੇ ਕਵਲ ਨੂੰ ਵੀ ਬੜਾ ਗੁੱਸਾ ਆ ਕੀ ਪਤਾ ਹੁਣ ਜਿੰਨਾ ਚਿਰ ਆਉਂਦਾ ਨਹੀਂ ਉਹਨਾਂ ਚਿਰ ਤਾਂ ਫਿਕਰ ਹੀ ਲੱਗਾ ਰਹਿਣਾ ਆ ਮੈਂ ਤਾਂ ਹੀ ਤੇ ਕਿਹਾ ਸੀ ਕਿ ਤੁਸੀਂ ਆਪ ਨਾਲ ਜਾਂਦੇ ਨਹੀਂ ਤਾਂ ਮੈਂ ਮਗਰ ਨਾ ਚੱਲ ਜਾ ਨਹੀਂ ਮਗਰ ਗਏ ਤੇ ਫਿਰ ਗੁੱਸਾ ਕਰਨਗੇ ਜਾਂਦੇ ਚੰਗੇ ਵੀ ਨਹੀਂ ਲੱਗਦੇ ਕਹਿਣਾ ਮਾਂ ਪੁੱਤ ਅੱਗੇ ਪਿੱਛੇ ਆਏ ਆ ਚਲੋ ਵਾਹਿਗੁਰੂ ਹੁਣ ਜਾਣੇ ਹਨਾ ਮੈਨੂੰ ਤਾਂ ਬੜੀ ਫਿਕਰ ਈ ਓ। ਨਾ ਇਹੋ ਹੀ ਜੇ ਤੁਸੀਂ ਆਪ ਪਹਿਲਾਂ ਆ ਜਾਂਦੇ ਲੈਣ ਤੇ ਨਾ ਇੱਥੋਂ ਤੱਕ ਗੱਲ ਵੱਧਦੀ ਤੁਸੀਂ ਵੀ ਤੇ ਪਹਿਲਾਂ ਮੰਮੀ ਨੂੰ ਤੇ ਭਾਬੀ ਨੂੰ ਭੇਜ ਕੇ ਸਵਾਦ ਲੈਂਦੇ ਜੇ ਨਾ ਨਹੀਂ ਕਾਹਦਾ ਸਵਾਦ ਲੈਣ ਵਾਲੀ ਗੱਲ ਇਹਦੇ ਵਿੱਚ ਜੋ ਕੁਝ ਕੀਤਾ ਤੂੰ ਕੀਤਾ ਜੋ ਕੁਝ ਉਹਨਾਂ ਨੂੰ ਬੋਲੀਆਂ ਤੂੰ ਬੋਲੀ ਆ ਇਦਾਂ ਬੋਲੀਦਾ ਹੁੰਦਾ ਕਿਸੇ ਨੂੰ ਘਰ ਆਇਆ ਤਾਂ ਦੁਸ਼ਮਣ ਨੂੰ ਵੀ ਕੋਈ ਇਦਾਂ ਨਹੀਂ ਬੋਲਦਾ ਜਿੱਦਾਂ ਤੂੰ ਬੋਲੀ ਆ ਸਾਡਾ ਘਰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਉਹ ਵੀ ਮੈਨੂੰ ਬਿਨਾਂ ਦੱਸੇ ਤੇ ਮੈਂ ਨਹੀਂ ਉਹਨਾਂ ਨੂੰ ਭੇਜਿਆ ਆਪਣੀ ਮਰਜ਼ੀ ਨਾਲ ਆਈਆਂ ਉਹ ਦੋਵੇਂ ਯਾਰੀ ਤਾਂ ਤੇਰੇ ਫੋਨ ਤੋਂ ਮੈਨੂੰ ਪਤਾ ਲੱਗਾ ਕਿ ਉਹ ਇੱਥੇ ਆਈਆਂ ਨੇ ਤੇ ਤੂੰ ਅੱਗੋਂ ਉਹਨਾਂ ਦੀ ਬੇਇੱਜ਼ਤੀ ਕਰਕੇ ਘੱਲਿਆ ਚਲੋ ਛੱਡੋ ਭਾਜੀ ਅਸੀਂ ਤਾਂ ਆਪੇ ਇਹਦੇ ਨਾਲ ਬਹੁਤ ਨਾਰਾਜ਼ ਆ ਇਹ ਗੱਲੋਂ ਜਿਹੜਾ ਇਹਨੇ ਕੰਮ ਕੀਤਾ ਇਹਦੇ ਆਪਣੇ ਘਰ ਦੇ ਆ ਉਹ ਵੀ ਦੱਸ ਇਹ ਗੱਲ ਬਣਦੀ ਇਹਦੀ ਬਥੇਰਾ ਸਮਝਾਇਆ ਹੁਣ ਅਸੀਂ ਇਹਨੂੰ ਤੁਸੀਂ ਨਾ ਹੁਣ ਇਦਾਂ ਦੀ ਕੋਈ ਗੱਲਬਾਤ ਕਰੋ ਕਿਉਂਕਿ ਹੁਣ ਜਿੰਨੀਆਂ ਗੱਲਾਂ ਬਾਤਾਂ ਕਰਦੇ ਜਾਓਗੇ ਗੱਲ ਵੱਧ ਹੀ ਜਾਣੀ ਆ ਤੇ ਮੈਂ ਕਹਿੰਦਾ ਵਾਂ ਕਿ ਇਹ ਗੱਲ ਨੂੰ ਖਤਮ ਕੀਤਾ ਜਾਵੇ ਹੁਣ ਤਾਂ ਇੱਥੇ ਸਾਡੇ ਆਂਢ ਗੁਆਂਢ ਬਥੇਰੇ ਲੋਕ ਗੱਲਾਂ ਡੈ ਪਿਆ ਬਣਾਉਣ ਕਿੰਨਾ ਟਾਈਮ ਹੋ ਗਿਆ ਇਹਨੂੰ ਇੱਥੇ ਆ ਕੇ ਬੈਠੀ ਨੂੰ ਨਾਲੇ ਹੋਰ ਤੇ ਹੋਰ ਹੁਣ ਨਿੱਕੇ ਜਿਹੇ ਮੁੰਡੇ ਦੀ ਵੀ ਜ਼ਿੰਦਗੀ ਖਰਾਬ ਹੋਣ ਡਈ ਆ ਤੇ ਹੋਰ ਨਾ ਕੀ? ਵਿਚਾਰਾ ਚੱਜ ਨਾਲ ਪੜਨ ਡਿਆ ਤੇ ਨਾ ਇੱਥੇ ਚੱਜ ਨਾਲ ਰਿਹਾ ਹੀ ਜਾਣ ਡਿਆ ਵਾ ਉਹਦੇ ਬਾਰੇ ਸੋਚੋ ਤੇ ਹੋਰ ਕੀ ਭਾਜੀ ਤੁਹਾਡੇ ਦੋਵਾਂ ਜਾਣਿਆਂ ਦੀ ਲੜਾਈ ਦੇ ਵਿੱਚ ਨਾ ਮੁੰਡੇ ਦੀ ਜ਼ਿੰਦਗੀ ਖਰਾਬ ਹੋਣ ਡਈ ਆ ਉਹਨੂੰ ਵੀ ਤੇ ਮਾਪਿਓ ਦਾ ਪਿਆਰ ਚਾਹੀਦਾ ਹੀ ਆ ਨਾ ਇਹੋ ਗੱਲ ਤਾਂ ਮੈਂ ਕਹਿਣ ਡਿਆ ਵਾਂ ਕਿ ਕਮ ਸੇ ਕਮ ਆਪਣਾ ਨਹੀਂ ਤੇ ਉਹਦਾ ਤਾਂ ਸੋਚੋ ਗਰੀਬ ਦਾ ਤੇ ਤੈਨੂੰ ਕੀ ਲੱਗਦਾ ਵਿੱਕੀ ਉਹਨੂੰ ਘਰ ਯਾਦ ਨਹੀਂ ਕਰਦੇ ਉਹਦੀ ਦਾਦੀ ਦਾ ਤੇ ਉਹਦੀ ਤਾਈ ਨੂੰ ਵੇਖ ਪੁੱਛ ਕੇ ਉਹਨਾਂ ਦਾ ਕੀ ਹਾਲ ਆ ਉਸ ਤੋਂ ਬਗੈਰ ਜਿਨ੍ਹਾਂ ਦੀ ਇੱਕੋ ਇੱਕ ਘਰ ਦੇ ਵਿੱਚ ਔਲਾਦ ਆ ਤੇ ਉਹ ਵੀ ਉਹਨਾਂ ਤੋਂ ਦੂਰ ਜਦੋਂ ਇਹ ਉਹਨਾਂ ਦੇ ਕੋਲ ਹੀ ਉਹੇ ਦਿਨ ਉਹਨਾਂ ਦੇ ਫੁੱਲਾਂ ਵਾਂਗੂ ਲੰਘਦੇ ਸੀ ਜਿਹੜੇ ਹੁਣ ਪਹਾੜ ਵਾਂਗੂ ਲੰਘਦੇ ਨੇ ਐਵੇਂ ਨਹੀਂ ਉਹ ਤਰਲੇ ਲੈਂਦੀਆਂ ਐਵੇਂ ਨਹੀਂ ਮੁੜ ਕੇ ਉਹ ਇੱਥੇ ਆਉਂਦੀਆਂ ਇਸੇ ਗੱਲ ਦਾ ਇਹ ਨਜਾਇਜ਼ ਫਾਇਦਾ ਚੁੱਕਦੀ ਆ ਨਹੀਂ ਨਹੀਂ ਪੁੱਤ ਨਜਾਇਜ਼ ਫਾਇਦਾ ਕਿਉਂ ਉਠਾਉਣਾ ਵਾ ਨਹੀਂ ਚੱਲ ਉੱਠ ਤੂੰ ਵੀ ਹੁਣ ਇੱਥੇ ਬੈਠੀ ਆ ਜਾ ਕੇ ਤੇ ਕੱਪੜੇ ਪਾ ਬੈਗ 'ਚ ਬਹਿ ਜਾ ਕੋਈ ਲੋੜ ਨਹੀਂ ਤਿਆਰੀ ਕਰਨ ਦੀ ਤੈਨੂੰ ਕੀ ਲੱਗਦਾ ਮੈਂ ਇੱਥੇ ਤੈਨੂੰ ਲੈਣ ਆਇਆ ਮੰਮੀ ਕੋਈ ਫਾਇਦਾ ਨਹੀਂ ਮੈਂ ਅੱਜ ਗੱਲ ਖਤਮ ਕਰਨ ਆਇਆ ਇੱਥੇ ਸਾਰੀ ਮੈਂ ਇਹਨੂੰ ਕਿਤੇ ਨਹੀਂ ਲੈ ਕੇ ਜਾਣਾ ਜੋ ਹੋ ਗਿਆ ਇੰਨੀ ਆਪਣੀ ਮਾਂ ਦੀ ਤੇ ਭਾਬੀ ਦੀ ਬੇਇੱਜ਼ਤੀ ਹੋਣ ਤੋਂ ਬਾਅਦ ਵਿੱਚ ਮੈਂ ਇਹਨੂੰ ਅਜੇ ਵੀ ਖੜੂੰਗਾ
ਇੰਨਾ ਜ਼ਿਆਦਾ ਖੁਦਗਰਜ਼ ਨਹੀਂ ਹੈਗਾ ਮੈਂ। ਆਪਣੀ ਮਾਂ ਦੀ ਤੇ ਭਾਬੀ ਦੀ ਇੱਜ਼ਤ ਮੈਨੂੰ ਪਤਾ ਮੈਂ ਕਿਵੇਂ ਕਰਨੀ ਆ। ਹੁਣ ਨਹੀਂ ਇਹਨੂੰ ਮੈਂ ਲੈ ਕੇ ਜਾਂਦਾ। ਹੁਣ ਜੋ ਹੋਏਗਾ ਇੱਥੇ ਹੀ ਹੋਏਗਾ। ਹੁਣ ਮੁੰਡੇ ਦਾ ਕੀ ਕਰਨਾ ਉਹ ਤੂੰ ਮੈਨੂੰ ਦੱਸ ਦੇ। ਉਹਨੂੰ ਤੂੰ ਰੱਖਣਾ ਵਾ ਤੇ ਰੱਖ, ਜੇ ਨਹੀਂ ਰੱਖਣਾ ਤੇ ਮੈਨੂੰ ਦੇ ਦੇ। ਮੈਂ ਉਹਨੂੰ ਪਾਲ ਲਾਂਗਾ ਜਿੱਦਾਂ ਵੀ ਔਖਾ ਸੌਖਾ ਹੋਏਗਾ, ਪੜ੍ਹਾ ਲਾਂਗਾ, ਇਸ ਕਾਬਲ ਮੈਂ ਕਰ ਲਾਂਗਾ। ਲਓ ਵੇਖ ਲਓ ਹੁਣ, ਕਹਿੰਦੇ ਹੁੰਦੇ ਸੀ ਨਾ ਤੇਰੀ ਆਕੜ ਆ, ਤੇਰੀ ਆਕੜ ਆ। ਇੱਧਰ ਘੱਟ ਆਕੜ ਆ, ਅਗਲਾ ਮੂੰਹ ਤੇ ਕਹਿਣ ਡਿਆ ਵੀ ਮੈਂ ਲੈਣ ਨਹੀਂ ਆਇਆ। ਕੀ ਇੱਜ਼ਤ ਆ ਹੁਣ ਮੇਰੀ ਵੀ ਜੇ ਮੈਂ ਉੱਥੇ ਜਾਵਾਂ ਤੇ? ਮੈਂ ਤੇ ਹੁਣ ਮਰਨੀ ਮਰ ਜੂ, ਪਰ ਇੱਥੋਂ ਨਾ ਜਾਊਂ ਕਦੀ ਵੀ। ਮੈਂ ਤੇ ਉਦਾਂ ਮਨ ਬਣਾਉਣ ਡਈ ਸੀ ਕਿ ਜੇ ਆਇਆ ਵਾ ਲੈਣ ਤੇ ਚਲ ਜਾਨੀ ਆ, ਪਰ ਇੱਧਰ ਤੇ ਖਿਚੜੀ ਅੱਧ ਸਮਾਨੇ ਪੱਕਣ ਡਈ ਆ ਵੇਖ ਲੋ। ਨੀਤ ਇਹਨਾਂ ਦੀ ਆਪਣੀ ਵੀ ਨਹੀਂ ਮੈਨੂੰ ਲੈ ਕੇ ਜਾਣਦੀ। ਉਦਾਂ ਮੈਨੂੰ ਆਂਦੇ ਲੈਣ ਆਉਨੇ ਲੈਣ ਆਉਨੇ, ਮੇਰੀ ਤੇ ਹੁਣ ਜਾਊ ਨਾ ਜੁੱਤੀ। ਬਹਿ ਜਾ ਚੁੱਪ ਕਰਕੇ, ਜੋ ਮੂੰਹ ਚਾहे ਤੂੰ ਉਹੀ ਬੋਲੀ ਜਾਂਦੀ ਹੈ। ਡੈ ਨਹੀਂ ਗੱਲ ਕਰਨ। ਸੰਦੀਪ ਅਸੀਂ ਜਿੰਨੀ ਗੱਲ ਸਮੇਟਣ ਦੀ ਗੱਲ ਕਰਨ ਡੇ ਆ ਤੂੰ ਉਹਨਾਂ ਜ਼ਿਆਦਾ ਖਲਾਰਾ ਪਾਈ ਜਾਣ ਡਈ ਆ। ਬੰਦਾ ਠੰਡੇ ਦਿਮਾਗ ਨਾਲ ਰਹਿ ਕੇ ਵੀ ਗੱਲ ਕਰ ਲੈਂਦਾ ਹੁੰਦਾ ਆ। ਜੋ ਮੂੰਹ ਚ ਆਉਂਦਾ ਵਾ ਤਾਂ ਉਹ ਬੋਲ ਦਿੰਨੀ ਆ। ਨਾਲੇ ਭਾਜੀ ਤੁਸੀਂ ਏਡਾ ਵੱਡਾ ਫੈਸਲਾ ਨਾ ਲਓ। ਤੁਹਾਡੇ ਇਹ ਫੈਸਲੇ ਨਾਲ 3 ਜ਼ਿੰਦਗੀਆਂ ਖਰਾਬ ਹੋ ਜਾਣੀਆਂ ਆ। ਥੋੜਾ ਜਿਹਾ ਸੋਚੋ ਨਾ, ਏਡਾ ਵੱਡਾ ਫੈਸਲਾ ਲਓ ਏਡੀ ਛੇਤੀ। ਬਸ ਵਿੱਕੀ ਬਸ ਬਹੁਤ ਹੋ ਗਿਆ। ਤੇ ਨਾਲੇ ਮੈਂ ਇਹ ਫੈਸਲਾ ਹੁਣ ਨਹੀਂ ਲਿਆ, ਬਹੁਤ ਸੋਚ ਸਮਝ ਕੇ ਲਿਆ। 3 ਸਾਲ ਹੋ ਗਏ ਨੇ। ਜੇ ਅਕਲ ਆਉਣੀ ਹੁੰਦੀ ਨਾ 3 ਦਿਨਾਂ 'ਚ ਤੇ ਹੱਦ 3 ਮਹੀਨਿਆਂ ਦੇ ਵਿੱਚ ਆ ਜਾਣੀ ਸੀ, ਪਰ 3 ਸਾਲ 'ਚ ਨਹੀਂ ਆਈ ਤੇ ਨਾ ਹੀ ਇਹ ਆਉਣੀ ਆ। ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆ ਤੁਹਾਨੂੰ ਸਾਰਿਆਂ ਨੂੰ। ਬਾਕੀ ਤੁਹਾਡਾ ਜੋ ਫੈਸਲਾ ਹੋਊਗਾ ਮੈਨੂੰ ਦੱਸ ਦਿਓ, ਮੁੰਡੇ ਵਾਸਤੇ ਮੈਨੂੰ ਮਨਜ਼ੂਰ ਆ। ਭਾਜੀ ਭਾਜੀ ਵੇ ਪੋਤੇ ਇਦਾਂ ਨਾ ਕਰ, ਗੁੱਸਾ ਨਹੀਂ ਕਰੀਦਾ। ਵਿੱਕੀ ਰੋਕ ਆਪਣੇ ਭਾਜੀ ਨੂੰ। ਭਾਜੀ ਵੇ ਵਿੱਕੀ ਰੋਕਿਆ ਨਹੀਂ ਆਪਣੇ ਭਾਜੀ ਨੂੰ। ਮੰਮੀ ਰੋਕਣਾ ਕੀ ਸੀਗਾ? ਜਿੰਨੇ ਗੁੱਸੇ 'ਚ ਉੱਠ ਕੇ ਗਏ ਆ ਉਹ ਰੋਕਣ ਵਾਲੇ ਆ। ਉਹ ਤੇ ਚਲੇ ਵੀ ਗਏ ਮੇਰੇ ਜਾਂਦਿਆਂ ਨੂੰ। ਨਹੀਂ ਹੁਣ ਸੌਖੀ ਆ, ਹੁਣ ਪੈ ਜੂ ਠੰਡ ਤੈਨੂੰ। ਰਹਿ ਗਈ ਨਾ ਹੁਣ ਸਦਾ ਵਾਸਤੇ ਇੱਥੇ ਜੋਗੀ। ਮੈਂ ਤਾਂ ਸਮਝਦਾ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਦੀ ਮਾੜੀ ਮੋਟੀ ਗਲਤੀ ਹੋਊਗੀ। ਲੱਗ ਗਿਆ ਪਤਾ ਹੁਣ ਸਾਰਿਆਂ ਨੂੰ ਇਹਦੀ ਹੀ ਗਲਤੀ ਸੀ। ਇਹਦੀ ਜ਼ੁਬਾਨ ਹੀ ਨਹੀਂ ਕੰਟਰੋਲ 'ਚ ਰਹਿੰਦੀ। ਇਹ ਇੱਥੇ ਨਹੀਂ ਸਾਡੇ ਸਾਹਮਣੇ ਨਹੀਂ ਹਟਣ ਦੀ ਤਾਂ ਉੱਥੇ ਕਿੰਨਾ ਕੁ ਹਟਦੀ ਹੋਊਗੀ। ਕਮ ਸੇ ਕਮ ਆਪਣਾ ਨਹੀਂ ਸੋਚਣਾ ਤਾਂ ਆਪਣੇ ਨਿਆਣੇ ਦਾ ਹੀ ਸੋਚ ਲੈਂਦੀ। ਉਹਦੀ ਸਾਰੀ ਜ਼ਿੰਦਗੀ ਕਿੱਦਾਂ ਨਿਕਲਣੀ ਆ ਪਿਓ ਤੋਂ ਬਗੈਰ। ਉਹ ਲੋਕ ਗੱਲਾਂ ਕਰਦੇ ਆ ਕਿ ਕੁੜੀਆਂ ਨੂੰ ਸਹੁਰੇ ਘਰ ਸੁੱਖ ਨਹੀਂ ਮਿਲਦਾ, ਪਰ ਸੱਚ ਤੇ ਇਹ ਆ ਕਿ ਤੇਰੇ ਵਰਗੀਆਂ ਸੁੱਖ ਲੈਣਾ ਹੀ ਨਹੀਂ ਚਾਹੁੰਦੀਆਂ। ਕੁਦਰਤ ਵੀ ਹਰ ਬੰਦੇ ਨੂੰ ਸੁਧਰਨ ਦਾ ਮੌਕਾ ਦਿੰਦੀ ਆ, ਪਰ ਤੈਨੂੰ ਜਿੰਨੇ ਮੌਕੇ ਮਿਲੇ ਆ ਨਾ ਤੇਰੇ ਕੋਲ ਮੌਕਾ ਸੰਭਾਲਿਆ ਨਹੀਂ ਗਿਆ। ਮੇਰੇ ਕੋਲ ਇੱਥੇ ਲਿਖਵਾ ਲਈ ਜੇ ਤੈਨੂੰ ਹੁਣ ਲੈਣ ਆ ਜਾਊਗਾ ਤੇ ਤਲਾਕ ਦੇ ਪੇਪਰ ਭੇਜਣੇ ਅਗਲਾ ਕਹਿ ਕੇ ਗਿਆ ਨਾ ਥੋੜੇ ਦਿਨਾਂ ਤੱਕ ਬਸ ਆ ਹੀ ਲੈ। ਮੰਮੀ ਡੈਡੀ ਆਉਂਦਾ ਵਾ ਨਾ ਸਾਰੀ ਗੱਲਬਾਤ ਦੱਸ ਦਿਓ ਉਹਨਾਂ ਨੂੰ ਵੀ। ਹੁਣ ਸੌਖੀ ਨੀਂਦ ਆ ਜੂਗੀ ਉਹਨਾਂ ਨੂੰ। ਬੜੀਆਂ ਹੱਲਾਂ ਸੇਰੀਆਂ ਦਿੰਦੇ ਨਾ ਇਹਨੂੰ ਕਿ ਤਗੜੀ ਹੋ ਕੇ ਕਰ ਲੜਾਈਆਂ। ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ। ਆ ਜਿਹੜਾ ਤੂੰ ਅੱਜ ਫੈਸਲਾ ਲਿਆ ਹੈ ਨਾ, ਇੱਕ ਦਿਨ ਪਛਤਾਏਗੀ ਤੂੰ ਇਹ ਫੈਸਲੇ ਨੂੰ। ਹਾਏ ਨਹੀਂ ਪ੍ਰੀਤ, ਮੁੰਡਾ ਜੇ ਨਹੀਂ ਆਇਆ ਕਿਤੇ ਲਾੜੀ ਨਾ ਪਿਆ ਹੋਏ ਉਹਨਾਂ ਦੇ ਨਾਲ। ਨਹੀਂ ਨਹੀਂ ਮੰਮੀ, ਉਹ ਨਿਆਣਾ ਥੋੜਾ ਸਮਝਦਾਰ ਆ, ਏਡੀ ਵੀ ਗੱਲ ਨਹੀਂ ਹੈਗੀ। ਉਹ ਨਹੀਂ ਨਿਆਣਾ ਤੇ ਅਗਲੇ ਜਿਹੜੇ ਆ ਉਹ ਕਿੰਨੇ ਕੁ ਸਮਝਦਾਰ ਨੇ। ਪਿਓ ਉਹਦਾ ਤੇ ਉਹਨੂੰ ਵੱਧ, ਸੰਦੀਪ ਆ ਤੇ ਉਹਦੀ ਏਡੀ ਲੰਮੀ ਜ਼ਬਾਨ ਵਾ। ਨਹੀਂ ਮੰਮੀ, ਵਿੱਕੀ ਘਰੇ ਹੀ ਹੁੰਦਾ ਵਾ। ਵਿੱਕੀ ਪੂਰਾ ਸਮਝਦਾਰ ਵਾ। ਬਾਕੀ ਉਹਦੇ ਮੰਮੀ ਵੀ ਘਰੇ ਹੀ ਆ, ਬਹਿ ਕੇ ਗੱਲ ਕਰਨਗੇ ਆਰਾਮ ਨਾਲ। ਤੁਸੀਂ ਐਵੇਂ ਫਿਕਰ ਨਾ ਕਰੋ। ਕੀ ਪਤਾ, ਮੈਨੂੰ ਤੇ ਹੋਰ ਤਰ੍ਹਾਂ ਹੀ ਹੋਈ ਜਾਣ ਡਿਆ ਜਿੰਨਾ ਚਿਰ ਮੁੰਡਾ ਆਉਂਦਾ ਨਹੀਂਗਾ। ਹੁਣ ਤੇ ਮੈਨੂੰ ਵੀ ਡਿਆ ਵਾ, ਪਰ ਕੀ ਕਰ ਸਕਦੇ ਆ। ਮੇਰਾ ਤੇ ਧਿਆਨ ਉਦੋਂ ਦਾ ਹੀ ਮੁੰਡੇ ਦੇ ਵਿੱਚ ਹੀ ਆ। ਚਲ ਕੋਈ ਗੱਲ ਨਹੀਂ ਮੰਮੀ, ਆਉਂਦਾ ਤਾਂ ਲੱਗ ਜਾਂਦਾ ਪਤਾ।
ਪੰਗਾ ਖਾਨਾ ਹੁਣ ਨਾ ਇਹ ਗਈ ਇਥੋਂ, ਹੁਣ ਤੇ ਇਹਨੇ ਪੱਕੇ ਡੇਰੇ ਇੱਥੇ ਲਾ ਲਏ ਆ। ਪ੍ਰੀਤ ਕੀ ਗੱਲ ਤੂੰ ਉੱਥੋਂ ਉੱਠ ਕੇ ਆ ਗਈ? ਤੇ ਵਿੱਕੀ ਹੋਰ ਹੁਣ ਮੈਂ ਕੀ ਕਰਾਂ? ਉੱਥੇ ਬਹਿ ਕੇ ਮੈਂ ਤੁਹਾਡੀ ਭੈਣ ਵੱਲ ਵੇਖੀ ਜਾਵਾਂ ਜਿਹੜੀ ਇੰਨਾ ਬੋਲਦੀ ਆ। ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਇੱਥੇ ਬੈਠਿਆਂ ਨੂੰ, ਮੈਂ ਕੋਈ ਗੱਲ ਨਹੀਂ ਕੀਤੀ, ਪਰ ਜਿੱਦਾਂ ਦੀ ਉਹਨਾਂ ਦੀ ਬੋਲੀ ਹੈ ਨਾ, ਮੈਨੂੰ ਨਹੀਂ ਲੱਗਦਾ ਮੇਰਾ ਉਹਨਾਂ ਨਾਲ ਟਾਈਮ ਪਾਸ ਹੋਊਗਾ। ਜੇ ਮੈਂ ਕੋਈ ਵੀ ਗੱਲ ਕਰਦੀ ਤੇ ਨਾ, ਇਹਨਾਂ ਨੇ ਮੇਰੀ ਗੱਲ ਜਿਹੜੀ ਪਹਾੜ ਤੇ ਚੜਾ ਦੇਣੀ ਆ, ਤੇ ਤੁਸੀਂ ਵੀ ਦੋਵਾਂ ਜਣਿਆਂ ਨੇ ਮੈਨੂੰ ਇਹੋ ਕਹਿਣਾ ਵਾ ਕਿ ਨਹੀਂ ਤੇਰੀ ਗਲਤੀ ਆ। ਉਹ ਚੱਲ ਛੱਡ, ਮੇਰੀ ਸੁਣ ਗੱਲ, ਤੈਨੂੰ ਕੀ ਲੋੜ ਆ ਬੋਲਣ ਦੀ? ਨਾਲੇ ਮੈਂ ਤੇਰੇ ਵੱਲ ਆਵਾਂ? ਪ੍ਰੀਤ ਤੈਨੂੰ ਤਾਂ ਪਤਾ ਹੀ ਆ ਉਹਦੀ ਬੋਲ ਬਾਣੀ ਇਦਾਂ ਦੀ ਆ। ਮੈਂ ਪਿਛਲੇ 3 ਸਾਲਾਂ ਤੋਂ ਕੋਈ ਗੱਲ ਹੋਣ ਦਿੱਤੀ ਤੈਨੂੰ? ਜਦੋਂ ਮੈਂ ਤੇਰੇ ਵੱਲ ਆਵਾਂ ਤਾਂ ਤੂੰ ਕਿਹੜੀ ਗੱਲ ਦੀ ਟੈਨਸ਼ਨ ਲੈਣੀ ਆ? ਤੂੰ ਦੱਸ ਮੈਨੂੰ। ਦੱਸਾਂ ਹੁਣ ਮੈਂ ਕੀ ਦੱਸ ਤੇ ਸਾਰੀ ਮੈਂ ਤੁਹਾਨੂੰ ਗੱਲ ਦਿੱਤੀ ਆ। ਮੈਂ ਤੇਰੀ ਗੱਲ ਸਮਝਦਾ ਵਾਂ ਪ੍ਰੀਤ, ਪਰ ਮੈਂ ਵੀ ਦੱਸ ਕੀ ਕਰਾਂ? ਮੈਂ ਹੁਣ ਉਹਦੇ ਸਿਰ 'ਚ ਡਾਂਗ ਮਾਰਦਾ, ਉਹਨੂੰ ਜਾਨੋਂ ਮਾਰਦਾ? ਫਿਰ ਮੈਂ ਵੇਖਿਆ ਏਦਾਂ ਹੀ ਫਿਰ ਆਪਣੀ 'ਚ ਲੜਾਈ ਪੈਣੀ ਹੈ ਉਹਦੇ ਕਰਕੇ। ਮੈਂ ਤੁਹਾਨੂੰ ਕਹਿਣ ਡਈ ਕਿ ਉਹਨੂੰ ਜਾਨੋਂ ਮਾਰ ਦਿਓ। ਮੈਂ ਤੇ ਇਹ ਗੱਲ ਕਰਨ ਡਈ ਆ ਕਿ ਜਿੱਦਾਂ ਉਹਨਾਂ ਨੇ ਇੱਥੇ ਰਹਿਣਾ ਵਾ, ਜੇ ਕੋਈ ਗੱਲਬਾਤ ਹੋ ਗਈ ਤੁਸੀਂ ਮੰਮੀ ਨੇ ਤੇ ਤੁਸੀਂ ਝੱਟ ਕਹਿ ਰਿਆ ਕਰਨਾ ਵਾ ਕਿ ਤੇਰੀ ਗਲਤੀ ਆ। ਨਹੀਂ ਹੁੰਦੀ ਗੱਲਬਾਤ, ਤੂੰ ਇਸ ਗੱਲ ਦੀ ਨਾ ਫਿਕਰ ਕਰ ਮੇਰੇ ਹੁੰਦਿਆਂ। ਮੈਨੂੰ ਪਤਾ ਵਾ ਕੌਣ ਸਹੀ ਆ ਤੇ ਕੌਣ ਗਲਤ ਵਾ। ਚਲ ਕੋਈ ਗੱਲ ਨਹੀਂ, ਤੁਸੀਂ ਵੀ ਇੱਥੇ, ਮੈਂ ਵੀ ਇੱਥੇ, ਤੁਹਾਡੀ ਭੈਣ ਵੀ ਇੱਥੇ। ਨਾ ਕੋਈ ਗੱਲ ਹੋ ਗਈ ਨਾ ਤੇ ਫਿਰ ਮੇਰੀ ਗੱਲ ਕਰਿਓ। ਉਹ ਚੱਲ ਕੋਈ ਨਹੀਂ, ਉਹਨੇ ਸਦਾ ਥੋੜੀ ਇੱਥੇ ਬੈਠੀ ਰਹਿਣਾ ਵਾ। ਭਾਜੀ ਹੁਣ ਤਾਂ ਗੁੱਸੇ ਵਿੱਚ ਉੱਠ ਕੇ ਚਲ ਗਿਆ ਵਾ, ਕੋਈ ਗੱਲ ਨਹੀਂ, ਘਰ ਜਾਣਾ ਉਹਨੇ। ਮੰਮੀ ਉਹਦੀ ਵੀ ਘਰ ਆ, ਉਹਨਾਂ ਨੇ ਸਮਝਾਉਣਗੇ ਉਹਨੂੰ ਥੋੜਾ ਬਹੁਤਾ। ਬੰਦਾ ਗੁੱਸੇ 'ਚ ਬੜੇ ਫੈਸਲੇ ਗਲਤ ਲੈ ਲੈਂਦਾ ਵਾ, ਪਰ ਬਾਅਦ ਵਿੱਚ ਉਹਨੂੰ ਪਛਤਾਵਾ ਹੁੰਦਾ ਉਹਨਾਂ ਫੈਸਲਿਆਂ ਕਿ ਦਾ। ਪਿਛਲੇ 3 ਸਾਲਾਂ ਤੋਂ ਤੇ ਦੀਦੀ ਨੂੰ ਕੋਈ ਪਛਤਾਵਾ ਹੋਇਆ ਨਹੀਂ, ਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਗਾੜੀ ਵੀ ਹੋਊਗਾ। ਉਹ ਤੂੰ ਮੇਰੀ ਮੰਨ ਗੱਲ, ਕੁਛ ਨਹੀਂ ਹੁੰਦਾ, ਨਾ ਐਂ ਟੈਨਸ਼ਨ ਲਈ ਜਾ। ਭਾਜੀ ਹੁਣਾਂ ਨਾਲ ਵੀ ਨਹੀਂ ਸੀ ਕੋਈ ਗੱਲ ਹੋਈ। ਦੀਦੀ ਤੇ ਇੱਥੇ ਸ਼ੌਂਕ ਲਈ ਆ ਕੇ ਬੈਠੇ ਆ, ਮੇਲਾ ਵੇਖਣ ਆਏ ਆ। ਵੇ ਪੁੱਤ ਕੀ ਗੱਲ ਹੋਈ ਫਿਰ ਉੱਥੇ? ਕੀ ਗੱਲਬਾਤ ਹੋਈ ਦੱਸ ਮੈਨੂੰ। ਸੰਦੀਪ ਘਰੇ ਨੇ? ਘਰੇ ਹੀ ਭਾਬੀ, ਪਰ ਮੈਂ ਸਾਰਾ ਕੁਝ ਖਤਮ ਕਰ ਆਇਆ ਅੱਜ ਉੱਥੋਂ। ਕੀ ਮਤਲਬ? ਮਤਲਬ ਹੁਣ ਅੱਜ ਤੋਂ ਬਾਅਦ ਵਿੱਚ ਸਾਡਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਕਮਲ ਇਹ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਡਿਆ? ਤੇ ਕੀ ਕਰਾਂ ਭਾਬੀ, 3 ਸਾਲ ਤੋਂ ਇਹਦੇ ਮੂੰਹ ਵੱਲ ਵੇਖਣ ਨੇ ਆ। 2-3 ਵਾਰੀ ਤੁਸੀਂ ਜਾ ਕੇ ਆਪਣੀ ਬੇਇੱਜ਼ਤੀ ਕਰਾਏ ਜੇ, 1 ਵਾਰੀ ਜਾ ਕੇ ਮੈਂ ਵੀ ਉਹਦੇ ਨਾਲ ਗੱਲ ਕਰ ਆਇਆ ਵਾਂ। ਪਰ ਉਹ ਮਾਂ ਦੀ ਧੀ ਆ, ਜਿੱਦ ਦੇ ਉੱਤੇ ਅੜੀ ਆ। ਅੱਗੇ ਉਹੋ ਜਿਹਾ ਉਹਦਾ ਪਿਓ, ਨਹੀਂ ਆਉਣ ਦੇਣੀ, ਨਹੀਂ ਆਉਣ ਦੇਣੀ। ਤੇ ਮੈਂ ਕਿਹਾ ਠੀਕ ਆ, ਫਿਰ ਨਹੀਂ ਆਉਣ ਦੇਣੀ, ਹੁਣ ਰੱਖੋ ਇਹਨੂੰ ਇੱਥੇ ਹੀ, ਹੁਣ ਨਾ ਆਊਗੀ ਕਦੀ ਵੀ। ਮੈਂ ਤਾਂ ਹੀ ਕਿਹਾ ਨਾ ਮੰਮੀ ਨੂੰ ਨਾਲ ਲੈ ਜਾ। ਮੈਨੂੰ ਪਤਾ ਹੀ ਉਹਦਾ ਡੈਡੀ ਦਾ ਵੀ ਸੁਭਾਅ ਗਰਮ ਆ, ਤੇ ਤੈਨੂੰ ਵੀ ਗੁੱਸਾ ਬੜਾ ਹੈ। ਭਾਬੀ ਮੇਰਾ ਗੁੱਸਾ ਜਾਇਜ਼ ਆ। ਅਸੀਂ ਮੰਨਦੇ ਹਾਂ ਗੁੱਸਾ ਜਾਇਜ਼ ਆ, ਪਰ ਹਰ ਗੱਲ ਨੂੰ ਬਹਿ ਕੇ ਨਿਪਟਾਇਆ ਜਾ ਸਕਦਾ। ਤੇ ਬਹਿ ਕੇ ਨਿਬੇੜ ਕੇ ਆਇਆ, ਕੋਈ ਉੱਥੇ ਮੈਂ ਡਾਂਗ ਨਹੀਂ ਚਲਾ ਕੇ ਆਇਆ ਕਿਸੇ ਦੇ ਨਾਲ। ਪਰ ਤੂੰ ਗਲਤ ਨਿਬੇੜ ਕੇ ਆਇਆ। ਕੋਈ ਗਲਤ ਨਹੀਂ ਮੈਂ ਨਿਬੇੜਿਆ। ਮੈਨੂੰ ਨਹੀਂ ਮਨਜ਼ੂਰ ਮੇਰੇ ਘਰ ਦੇ ਜੀਆਂ ਦੀ ਬੇਇੱਜ਼ਤੀ ਕਰੇ ਕੋਈ ਹਰ ਵਾਰ। ਪੁੱਤ ਘਰ ਤੇ ਖਰਾਬ ਹੋ ਗਿਆ ਨਾ। ਮੰਮੀ ਤੇ ਮੇਰਾ ਇਕੱਲੇ ਦਾ ਹੋਇਆ, ਉਹਦਾ ਵੀ ਓਨਾ ਹੀ ਹੋਇਆ ਨਾਲ। ਜਿਹੜਾ ਹੁਣ ਹੋ ਗਿਆ ਹੋ ਗਿਆ। ਤੇ ਸਿਰਫ ਨਾ ਇਹਨਾਂ ਥੱਲੇ ਲੱਗ ਕੇ ਘਰ ਨਹੀਂ ਬਚਾਏ ਜਾਂਦੇ, ਤੇ ਸਿਰਫ ਅਸੀਂ ਥੱਲੇ ਲੱਗੀ ਜਾਣਾ ਵਾ। ਉਹਨੂੰ ਨਹੀਂ ਸੋਚਣਾ ਚਾਹੀਦਾ ਕਿ ਘਰ ਮੈਂ ਵੀ ਬਚਾਉਣਾ ਵਾ। ਬਸ ਹੁਣ ਮੁੰਡੇ ਦਾ ਫੈਸਲਾ ਹੋਣਾ ਕਿ ਉਹਦੇ ਕੋਲ ਰਹਿਣਾ ਕਿ ਸਾਡੇ ਕੋਲ ਰਹਿਣਾ। ਕਵਲ ਇੱਕ ਵਾਰੀ ਫੇਰ ਸੋਚ ਲਾ। ਇਹ ਗੱਲਾਂ ਕਹਿਣ ਵਾਸਤੇ ਬਹੁਤ ਸੌਖੀਆਂ, ਗੁੱਸੇ ਵਿੱਚ ਕੋਈ ਵੀ ਡਿਸੀਜਨ ਨਹੀਂ ਲਈਦਾ। ਭਾਬੀ 3 ਸਾਲ ਲੰਘ ਗਏ ਆ ਨਾ, ਬਾਕੀ ਦੀ ਜ਼ਿੰਦਗੀ ਵੀ ਨਿਕਲ ਜਾਣੀ ਆ। ਗਾਂ ਹੁਣ ਰਿਸ਼ਤੇ ਕਿਸੇ ਨੂੰ ਨਹੀਂ ਹੋਣੇ, ਨਾ ਉਹਨੂੰ ਨਾ ਮੈਨੂੰ। ਮੇਰਾ ਤੇ ਅੱਗੇ ਬੜਾ ਔਖਾ ਹੋਇਆ ਹੈ। ਹੁਣ ਭੁੱਲ ਜਾਓ ਸਾਰਾ ਕੁਝ। ਮੁੰਡਾ ਮਿਲ ਗਿਆ ਤੇ ਸਾਡੀ ਗਾਂ ਦੀ ਜ਼ਿੰਦਗੀ ਤੁਰ ਪਏਗੀ, ਨਹੀਂ ਤੇ ਇਦਾਂ ਮੁੱਕ ਜਾਵਾਂਗੇ। ਪਰ ਪੁੱਤ ਬਸ ਮੰਮੀ, ਅੱਜ ਤੋਂ ਬਾਅਦ ਵਿੱਚ ਨਾ ਇਹ ਘਰ ਦੇ ਵਿੱਚ ਸੰਦੀਪ ਦੀ ਕੋਈ ਗੱਲ ਨਹੀਂ ਕਰੂਗਾ। ਪ੍ਰੀਤ ਇਹਦੇ ਸਾਰਾ ਕੁਝ ਮੁਕਾ ਆਇਆ ਆ, ਤੇ ਮੈਂ ਸਾਰੀ ਉਮਰ ਆਪਣੇ ਪੋਤੇ ਨੂੰ ਮਿਲੂੰਗੀ ਨਾ। ਨਹੀਂ ਨਹੀਂ ਮੰਮੀ, ਤੁਸੀਂ ਏਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ? ਇਹ ਤੇ ਐਵੇਂ ਮੂਰਖ ਜਿਹਾ ਉੱਥੇ ਗੱਲਾਂ ਕਰ ਆਇਆ ਹੋਣਾ ਵੱਧ ਘੱਟ। ਉਤੋਂ ਉਹਦੇ ਡੈਡੀ ਦਾ ਸੁਭਾਅ ਵੀ ਗਰਮ ਆ, ਕਈ ਵਾਧਾ ਘਾਟਾ ਹੋ ਜਾਂਦਾ। ਕੋਈ ਗੱਲ ਨਹੀਂ, ਆਪਾਂ ਬਹਿ ਕੇ ਗੱਲ ਕਰਾਂਗੇ। ਮੈਨੂੰ ਤਾਂ ਇਦਾਂ ਲੱਗਦਾ ਜਿੱਦਾਂ ਮੇਰਾ ਪੋਤਾ ਮਿਲਣਾ ਨਹੀਂ ਮੈਨੂੰ ਸਾਰੀ ਉਮਰ। ਨਹੀਂ ਮੰਮੀ, ਏਦਾਂ ਨਾ ਕਰੋ ਤੁਸੀਂ। ਮਿਲਣਾ ਕਿਉਂ ਨਹੀਂ ਆ?
ਇੰਨਾ ਕੁਝ ਹੋ ਗਿਆ। ਇੰਨੇ ਉਦਾਸ ਹੋਣ ਦੀ ਕੋਈ ਲੋੜ ਨਹੀਂ ਡੈਡੀ। ਇਹ ਜੋ ਕੁਝ ਵੀ ਹੋਇਆ ਨਾ ਤੁਹਾਡੇ ਕਰਕੇ ਹੋਇਆ ਸਾਰਾ ਕੁਝ। ਮੈਂ ਤੇ ਸਾਰੇ ਕੀਤੇ ਕਰਾਏ ਦਾ ਤੁਹਾਨੂੰ ਗੁਨਾਹਗਾਰ ਮੰਨਦਾ ਆ। ਉਦੋਂ ਆਪ ਜਾ ਕੇ ਲੈ ਕੇ ਆਏ ਸੀ ਨਾ, ਹੁਣ ਬਹਿ ਗਈ ਇੱਥੇ ਆ ਕੇ ਪੱਕੀ। ਸਾਂਭਦੇ ਰਹੋ ਸਾਰੀ ਉਮਰ, ਚੁੱਕਿਓ ਖਰਚਾ ਉਹਦਾ ਤੇ ਨਾਲੇ ਲੋਕਾਂ ਦੇ ਸੁਣਿਓ ਤਾਨੇ ਮਿਹਣੇ। ਜੇ ਅਸੀਂ ਮਾਂ ਪੁੱਤ ਨੇ ਕਿਤੇ ਸਹੀ ਗੱਲ ਕਰਨੀ ਵੀ ਚਾਹੀ ਆ ਨਾ, ਤੇ ਤੁਸੀਂ ਸਾਨੂੰ ਕਰਨ ਨਹੀਂ ਦਿੱਤੀ। ਇਹ ਗੱਲਾਂ ਉਦੋਂ ਬਚਪਨ 'ਚ ਹੀ ਚੰਗੀਆਂ ਲੱਗਦੀਆਂ ਸੀ, ਵੱਡੇ ਹੋ ਕੇ ਵਿਆਹ ਤੋਂ ਬਾਅਦ ਨਹੀਂ। ਜੇ ਉਦੋਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਆਖਿਆ ਹੁੰਦਾ ਨਾ, ਤਾਂ ਅੱਜ ਏਡੀ ਵੱਡੀ ਨੌਬਤ ਨਾ ਹੁੰਦੀ। ਇਸ ਘਰ ਵਿੱਚ ਹੁਣ ਪ੍ਰੀਤ ਦਾ ਵੀ ਬਰਾਬਰ ਦਾ ਹਿੱਸਾ ਵਾ, ਬਲਕਿ ਉਹਦੇ ਨਾਲੋਂ ਮੈਂ ਕਹੂੰ ਜ਼ਿਆਦਾ ਹਿੱਸਾ ਆ ਉਹਦਾ। ਹੁਣ ਉਹਨੂੰ ਕੀ ਜਵਾਬ ਦਿਓਗੇ ਦੱਸੋ ਮੈਨੂੰ? ਹੁਣ ਦੋ ਜਵਾਬ ਮੇਰੀ ਗੱਲ ਦਾ। ਹੁਣ ਜਵਾਬ ਨਹੀਂ ਦਿੰਦੇ, ਮੂੰਹ ਠਾਣੂ ਕਰ ਲਿਆ ਆਪਣਾ। ਮੇਰੀ ਤੇ ਜ਼ਿੰਦਗੀ ਨਰਕ ਬਣਾਤੀ ਨਾ, ਮੈਨੂੰ ਤਾਂ ਫਸਾਤਾ ਨਾ ਦੋਵਾਂ ਦੇ ਵਿੱਚ।